ਸਤਿ ਸ੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਤੁਹਾਡੇ ਆਪ ਦੇ YouTube ਚੈਨਲ ਅੰਬੈਦਕਰ ਬਣ ਦੇ ਵਿੱਚ। ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਦੂਸਰੇ ਮੁਗਲ ਸ਼ਾਸਕ ਹਮਾਯੂੰ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਹਮਾਯੂੰ ਆਪਣੇ ਪਿਤਾ ਬਾਬਰ ਦੀ ਮੌਤ ਤੋਂ ਬਾਅਦ 29 ਦਸੰਬਰ 1530 ਈਸਵੀ ਨੂੰ ਸ਼ਾਸਕ ਬਣਿਆ ਸੀ। ਠੀਕ ਹੈ ਜੀ, ਬਾਬਰ ਦੀ ਮੌਤ ਹੋਈ ਸੀ 26 ਦਸੰਬਰ 1530 ਈਸਵੀ ਨੂੰ। ਉਸ ਦੀ ਮੌਤ ਤੋਂ ਬਾਅਦ ਇਹ ਦੁਬਾਰਾ ਸ਼ਾਸਕ ਬਣਿਆ ਸੀਗਾ। ਠੀਕ ਹੈ ਜੀ, ਤਾਂ ਇਸ ਦਾ ਜਨਮ ਜਿਹੜਾ ਹੈਗਾ 17 ਮਾਰਚ 1508 ਈਸਵੀ ਕਾਬੁਲ ਦੇ ਵਿੱਚ ਹੋਇਆ ਸੀ। ਕਿਤੇ ਕਿਤੇ 6 ਮਾਰਚ ਵੀ ਲਿਖਿਆ ਹੋਇਆ ਹੁੰਦਾ। ਇਸ ਦੀ ਮਾਤਾ ਦਾ ਨਾਮ ਮਾਹਮ ਬੇਗਮ ਸੀ, ਪਿਤਾ ਦਾ ਨਾਮ ਬਾਬਰ ਔਰ ਇਸ ਦਾ ਨਾਮ ਮਾਹਮ ਦੇਵੀ। ਹਮਾਯੂੰ ਦਾ ਪੂਰਾ ਨਾਮ ਨਸੀਰੁਦੀਨ ਮੁਹੰਮਦ ਹਮਾਯੂੰ ਸੀ। ਹਮਾਯੂੰ ਸ਼ਾਸਕ ਬਣਿਆ ਸੀ 29 ਦਸੰਬਰ 1530 ਈਸਵੀ ਨੂੰ। ਇਹ 2 ਵਾਰ ਸ਼ਾਸਕ ਬਣਿਆ ਸੀ। ਠੀਕ ਹੈ ਜੀ, ਪਹਿਲਾਂ ਤਾਂ ਇਹ ਹਮਾਯੂੰ 1530 ਈਸਵੀ ਦੇ ਵਿੱਚ 29 ਦਸੰਬਰ 1530 ਈਸਵੀ ਤੋਂ ਲੈ ਕੇ 1540 ਈਸਵੀ ਤੱਕ ਸ਼ਾਸਕ ਰਿਹਾ। ਉਸ ਤੋਂ ਬਾਅਦ ਇਹਦਾ ਸ਼ੇਰ ਸ਼ਾਹ ਦੇ ਨਾਲ ਯੁੱਧ ਹੋਇਆ, ਜਿਸ ਦੇ ਵਿੱਚ ਇਹ ਹਾਰ ਗਿਆ ਅਤੇ 15 ਸਾਲ ਇਹ ਭਟਕਦਾ ਰਿਹਾ, ਆਪਣੀ ਸੈਨਾ ਇਕੱਠੀ ਕਰਦਾ ਰਿਹਾ। 15 ਸਾਲ ਸੂਰੀਵੰਸ਼ ਦਾ ਸ਼ਾਸਨ ਰਿਹਾ। ਤਾਂ ਉਸ ਤੋਂ ਬਾਅਦ ਇਹ ਦੁਬਾਰਾ 1555 ਈਸਵੀ ਦੇ ਵਿੱਚ ਸ਼ਾਸਕ ਬਣਿਆ ਔਰ 1556 ਈਸਵੀ ਦੇ ਵਿੱਚ ਇਸ ਦੀ ਮੌਤ ਹੋ ਗਈ। ਠੀਕ ਹੈ ਜੀ, ਅੱਗੇ ਦੇਖੋ। ਗੱਦੀ ਉੱਪਰ ਬੈਠਣ ਸਮੇਂ ਹਮਾਯੂੰ ਦੀਆਂ ਮੁਸੀਬਤਾਂ। ਹਮਾਯੂੰ ਵਾਸਤੇ ਜਿਹੜੇ ਗੱਦੀ ਪ੍ਰਾਪਤ ਕਰਨਾ ਸੀ ਉਹ ਕੋਈ ਆਸਾਨ ਕੰਮ ਨਹੀਂ ਸੀ। ਠੀਕ ਹੈ ਜੀ, ਉਹ ਕਿਉਂ ਨਹੀਂ ਸੀਗਾ? ਇਹਦੇ ਵਾਸਤੇ ਇਹਦੇ ਵਿੱਚ ਬਹੁਤ ਮੁਸੀਬਤਾਂ ਦਾ ਇਹਨੂੰ ਸਾਹਮਣਾ ਕਰਨਾ ਪਿਆ। ਹੁਣ ਕਿਹੜੀਆਂ ਕਿਹੜੀਆਂ ਮੁਸੀਬਤਾਂ ਦੀ? ਸਭ ਤੋਂ ਪਹਿਲਾਂ ਤਾਂ ਭਰਾ ਅਤੇ ਰਿਸ਼ਤੇਦਾਰ। ਬਾਬਰ ਦੇ 4 ਪੁੱਤਰ ਸੀ, ਹਮਾਯੂੰ, ਅਸਕਰੀ, ਹਿੰਦਾਲ ਔਰ ਕਾਮਰਾਨ। ਠੀਕ ਹੈ ਜੀ, ਇਹ 4 ਪੁੱਤਰ ਸੀ ਔਰ ਇਹ ਚਾਰੇ ਕੀ ਸੀਗੇ? ਆਪਦੀ ਇੱਛਾ ਰੱਖਦੇ ਸੀ ਗੱਦੀ ਦੇ ਉੱਪਰ ਬੈਠਣ ਦੀ। ਬਾਬਰ ਨੇ ਹਮਾਯੂੰ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਸੀ, ਪਰੰਤੂ ਜਿਹੜਾ ਮੁਗਲ ਵੰਸ਼ ਸੀ ਉਸ ਦੇ ਵਿੱਚ ਕੋਈ ਐਸੀ ਪ੍ਰਥਾ ਨਹੀਂ ਸੀ ਵੀ ਕੋਈ ਨਿਸ਼ਚਿਤ ਪ੍ਰਬੰਧ ਨਹੀਂ ਕੀਤਾ ਹੋਇਆ ਸੀਗਾ ਉੱਤਰਾਧਿਕਾਰੀ ਬਣਾਉਣ ਦਾ। ਠੀਕ ਹੈ, ਤਾਂ ਇਸ ਗੱਲ ਕਰਕੇ ਕੀ ਹੋਇਆ ਕਿ ਇਹ ਸਾਰੇ ਆਪਸ ਦੇ ਵਿੱਚ ਇੱਕ ਦੂਜੇ ਨਾਲ ਖਾਰ ਰੱਖਣ ਲੱਗ ਗਏ ਔਰ ਹਮਾਯੂੰ ਜਦੋਂ ਸ਼ਾਸਕ ਬਣਿਆ ਤਾਂ ਉਸ ਦੇ ਖਿਲਾਫ ਇਹ ਬਗਾਵਤਾਂ ਵੀ ਕੀਤੀਆਂ ਇਹਨਾਂ ਨੇ ਔਰ ਸ਼ਰਿਅੰਤਰ ਵੀ ਇਹ ਕਰਦੇ ਰਹੇ। ਮੁਗਲ ਵੰਸ਼ ਵਿੱਚ ਉੱਤਰਾਧਿਕਾਰੀ ਲਈ ਕੋਈ ਵਿਸ਼ੇਸ਼ ਨਿਸ਼ਚਿਤ ਨਿਯਮ ਨਹੀਂ ਹੈ। ਇਸ ਲਈ ਪਰਿਵਾਰ ਦੇ ਸਾਰੇ ਰਾਜਕੁਮਾਰ ਗੱਦੀ ਪ੍ਰਾਪਤ ਕਰਨ ਦੇ ਇੱਛੁਕ ਸੀ। ਹਮਾਯੂੰ ਦਾ ਭਰਾ ਕਾਮਰਾਨ ਉਸ ਦੇ ਵਾਸਤੇ ਸਭ ਤੋਂ ਵੱਡਾ ਖਤਰਾ ਸੀ, ਜਿਹੜਾ ਕਿ ਆਪ ਗੱਦੀ ਦੇ ਉੱਪਰ ਬੈਠਣਾ ਚਾਹੁੰਦਾ ਸੀ, ਗੱਦੀ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ। ਠੀਕ ਹੈ, ਹੁਣ ਦੇਖੋ ਅਸਕਰੀ, ਹਿੰਦਾਲ ਇਹ ਆਪ ਭਾਵੇਂ ਨਿਰਬਲ ਸੀ, ਪਰ ਜਿਹੜੇ ਇਹਨਾਂ ਦੇ ਬਾਗੀ ਸਰਦਾਰ ਸੀ ਇਹ ਉਹਨਾਂ ਦੀਆਂ ਸਾਜ਼ਿਸ਼ਾਂ ਦੇ ਵਿੱਚ ਸ਼ਾਮਿਲ ਜ਼ਰੂਰ ਸੀ। ਮਤਲਬ ਕਿ ਡਾਇਰੈਕਟਲੀ ਉਸ ਦੇ ਵਿਰੁੱਧ ਨਹੀਂ ਸੀ, ਬਟ ਇਨਡਾਇਰੈਕਟਲੀ ਫਿਰ ਵੀ ਇਹ ਸਾਜ਼ਿਸ਼ਾਂ ਕਰ ਰਹੇ ਸੀ। ਠੀਕ ਹੈ, ਹਮਾਯੂੰ ਦੀ ਮਤਰੇਈ ਭੈਣ ਮਾਸੂਮਾ ਬੇਗਮ ਦਾ ਪਤੀ ਮੁਹੰਮਦ ਜਾਮਨ ਮਿਰਜ਼ਾ। ਠੀਕ ਹੈ, ਔਰ ਹਮਾਯੂੰ ਦਾ ਫੁੱਫੜ ਮਹਿੰਦੀ ਖਵਾਜਾ, ਹਮਾਯੂੰ ਦੀ ਭੈਣ ਬਾਬਰ ਦੀ ਭੈਣ ਖਾਨਜ਼ਾਦਾ ਬੇਗਮ ਦਾ ਪਤੀ। ਇਹ ਕੀ ਸੀ? ਇਹ ਵੀ ਗੱਦੀ ਪ੍ਰਾਪਤ ਕਰਨ ਦੇ ਇੱਛੁਕ ਸੀ। ਮਹਿੰਦੀ ਖਵਾਜਾ, ਜਿਸ ਨੂੰ ਹਮਾਯੂੰ ਦੇ ਗੱਦੀ ਉੱਪਰ ਬੈਠਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਿਜ਼ਾਮੁਦੀਨ ਖਲੀਫਾ ਵੱਲੋਂ ਗੱਦੀ ਉੱਪਰ ਬੈਠਣ ਦੀਆਂ ਯੋਜਨਾਵਾਂ ਦੇ ਵਿੱਚ ਉਸ ਨੂੰ ਸ਼ਾਸਕ ਬਣਾਉਣਾ ਸੀ, ਪਰੰਤੂ ਮਹਿੰਦੀ ਖਵਾਜਾ ਔਰ ਨਿਜ਼ਾਮੁਦੀਨ ਦੀ ਕਿਸੇ ਗੱਲ ਨੂੰ ਲੈ ਕੇ ਅਣਬਣ ਹੋ ਗਈ, ਜਿਸ ਤੋਂ ਬਾਅਦ ਮਹਿੰਦੀ ਖਵਾਜਾ ਸੁਲਤਾਨ ਨਾ ਬਣ ਸਕਿਆ, ਸ਼ਾਸਕ ਨਾ ਬਣ ਸਕਿਆ। ਠੀਕ ਹੈ ਜੀ, ਹੁਣ ਜਦੋਂ ਹਮਾਯੂੰ ਸ਼ਾਸਕ ਬਣ ਗਿਆ ਤਾਂ ਮਹਿੰਦੀ ਖਵਾਜਾ ਕੀ ਸੀ? ਖੁਦ ਸ਼ਾਸਕ ਬਣਨ ਦਾ ਆਪਣਾ ਇਰਾਦਾ ਰੱਖਦਾ ਸੀ, ਜਿਸ ਕਾਰਨ ਉਹ ਹਮਾਯੂੰ ਦਾ ਵਿਰੋਧੀ ਹੋ ਗਿਆ। ਨੰਬਰ 2 ਦੇ ਉੱਤੇ ਇਸ ਦੀ ਜਿਹੜੀਆਂ ਮੁਸੀਬਤਾਂ ਸੀਗੀਆਂ ਹਮਾਯੂੰ ਦੀਆਂ, ਉਹ ਸੀ ਅਸੰਗਠਿਤ ਰਾਜ। ਜੋ ਰਾਜ ਹਮਾਯੂੰ ਨੂੰ ਮਿਲਿਆ ਉਹ ਅਸੰਗਠਿਤ ਸੀ, ਨਿਰਬਲ ਸੀ। ਭਾਵੇਂ ਰਾਜਪੂਤਾਂ ਦੀ ਸਾਰੀ ਤਾਕਤ ਨੂੰ ਅਤੇ ਅਫਗਾਨਾਂ ਦੀ ਸਾਰੀ ਤਾਕਤ ਨੂੰ ਬਾਬਰ ਨੇ ਖਤਮ ਕਰ ਦਿੱਤਾ ਸੀ, ਪਰੰਤੂ ਫਿਰ ਵੀ ਉਹ ਕੀ ਸੀ? ਪੂਰੀ ਤੌਰ ਦੇ ਉੱਤੇ ਖਤਮ ਨਹੀਂ ਹੋਏ ਸੀ। ਹੌਲੀ ਹੌਲੀ ਰਾਜਪੂਤਾਂ ਨੇ ਆਪਣੀ ਤਾਕਤ ਇਕੱਠੀ ਕਰਨੀ ਸ਼ੁਰੂ ਕੀਤੀ, ਅਫਗਾਨਾਂ ਨੇ ਆਪਣੀ ਤਾਕਤ ਵੀ ਇਕੱਠੀ ਕਰਨੀ ਸ਼ੁਰੂ ਕੀਤੀ, ਜਿਹੜੇ ਕਿ ਅੱਗੇ ਜਾ ਕੇ ਹਮਾਯੂੰ ਵਾਸਤੇ ਮਹਿੰਗੇ ਪਏ। ਅਫਗਾਨ ਦੁਸ਼ਮਣ। ਹਮਾਯੂੰ ਦੇ ਸ਼ਾਸਕ ਬਣਨ ਸਮੇਂ ਭਾਰਤ ਦੇ ਕਈ ਭਾਗਾਂ ਵਿੱਚ ਅਫਗਾਨ ਦੁਆਰਾ ਸੱਤਾ ਵਿੱਚ ਆਉਣ ਲਈ ਯਤਨਸ਼ੀਲ ਸੀ। ਠੀਕ ਹੈ, ਅਫਗਾਨਾਂ ਨੂੰ ਵੈਸੇ
ਜਿਵੇਂ ਪਿੱਛੇ ਦੱਸਿਆ ਕਿ ਅਫਗਾਨਾਂ ਦੀ ਸ਼ਕਤੀ ਨੂੰ ਬਾਬਰ ਨੇ ਖਤਮ ਕਰ ਦਿੱਤਾ, ਪਰੰਤੂ ਉਹ ਇਸ ਨੂੰ ਪੂਰੀ ਤਰ੍ਹਾਂ ਦੇ ਨਾਲ ਖਤਮ ਨਾ ਕਰ ਸਕਿਆ। ਤਾਂ ਇਹਨਾਂ ਸਰਦਾਰਾਂ ਦੇ ਵਿੱਚੋਂ ਸਰਦਾਰ ਮਹਿਮੂਦ ਲੋਧੀ ਸੀ, ਜਿਹੜਾ ਕਿ ਬ੍ਰਾਹਮ ਲੋਧੀ ਦਾ ਭਰਾ ਸੀ। ਬਹਾਦਰ ਸ਼ਾਹ ਸੀ, ਜਿਹੜਾ ਕਿ ਗੁਜਰਾਤ ਅਤੇ ਮਾਲਵੇ ਦਾ ਸ਼ਾਸਕ ਸੀ। ਔਰ ਸ਼ੇਰ ਖਾਨ ਸੀ, ਸ਼ੇਰ ਖਾਨ ਸੀ। ਸ਼ੇਰ ਖਾਨ ਨੇ ਅੱਗੇ ਜਾ ਕੇ ਸੂਰੀ ਵੰਸ਼ ਦੀ ਨੀਂਹ ਰੱਖੀ ਅਤੇ ਸ਼ੇਰ ਖਾਨ ਸੂਰੀ ਦੇ ਨਾਮ ਦੇ ਨਾਲ ਇਤਿਹਾਸ ਦੇ ਵਿੱਚ ਪ੍ਰਸਿੱਧ ਹੋਇਆ। ਅੱਗੇ ਦੇਖੋ, ਸ਼ੇਰ ਖਾਨ ਅਤੇ ਹਮਾਯੂੰ। ਅਫਗਾਨ ਸਰਦਾਰ ਸ਼ੇਰ ਖਾਨ ਹਮਾਯੂੰ ਦਾ ਸਭ ਤੋਂ ਵੱਡਾ ਦੁਸ਼ਮਣ ਸੀ। ਉਹ ਇੱਕ ਯੋਗ ਅਤੇ ਚਲਾਕ ਕਿਸਮ ਦਾ ਵਿਅਕਤੀ ਸੀ। ਅਫਗਾਨਾਂ ਦੀ ਕਮਜ਼ੋਰ ਸਥਿਤੀ ਦੇਖ ਕੇ ਉਸਨੇ ਆਪਣੀ ਸ਼ਕਤੀ ਨੂੰ ਹੌਲੀ ਹੌਲੀ ਵਧਾਉਣਾ ਸ਼ੁਰੂ ਕਰ ਦਿੱਤਾ, ਜਿਸ ਦਾ ਨਤੀਜਾ ਇਹ ਹੋਇਆ ਕਿ ਉਸਨੇ ਬਿਹਾਰ ਦੇ ਨਾਬਾਲਗ ਸ਼ਾਸਕ ਜਲਾਲ ਖਾਨ ਦੇ ਸੰਰਖਕ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਬਿਹਾਰ ਦਾ ਵਾਸਤਵਿਕ ਸ਼ਾਸਕ ਬਣਾ ਲਿਆ। ਸ਼ੇਰ ਖਾਨ ਦੀ ਵੱਧਦੀ ਤਾਕਤ ਨੂੰ ਦੇਖ ਕੇ ਹਮਾਯੂੰ ਨੇ ਸ਼ੇਰ ਖਾਨ ਉੱਪਰ ਹਮਲਾ ਕਰਨ ਦੀ ਸੋਚੀ ਅਤੇ ਚਿਨਾਰ ਦੇ ਕਿਲ੍ਹੇ ਦੀ ਘੇਰਾਬੰਦੀ ਕਰ ਦਿੱਤੀ। ਹੁਣ ਜਦੋਂ ਕਿਲ੍ਹੇ ਦੀ ਘੇਰਾਬੰਦੀ ਕਰ ਦਿੱਤੀ ਤਾਂ ਅੰਦਰ ਰਾਸ਼ਨ ਪਾਣੀ ਦੀ ਘਾਟ ਹੋਣ ਲੱਗ ਗਈ। ਜਿਸ ਕਾਰਨ ਸ਼ੇਰ ਖਾਨ ਨੇ ਕੀ ਕੀਤਾ, ਚਲਾਕੀ ਤੋਂ ਕੰਮ ਲੈਂਦੇ ਹੋਏ ਹਮਾਯੂੰ ਦੀ ਅਧੀਨਤਾ ਸਵੀਕਾਰ ਕਰ ਲਈ, ਮੰਨ ਲਈ। ਜਿਸ ਦਾ ਨਤੀਜਾ ਇਹ ਹੋਇਆ ਕਿ ਹਮਾਯੂੰ ਸੀ ਉਹ ਉਸਦੀ ਖੁਸ਼ਾਮਦ ਦੇ ਵਿੱਚ ਆ ਗਿਆ ਅਤੇ ਉਸਨੇ ਸ਼ੇਰ ਖਾਨ ਨੂੰ ਚਿਨਾਰ ਦੇ ਕਿਲ੍ਹਾ ਜਿਹੜਾ ਸੀ ਉਹ ਵਾਪਸ ਦੇ ਦਿੱਤਾ ਅਤੇ ਉਸ ਦੇ ਵਿਰੁੱਧ ਕੋਈ ਉਸਨੇ ਕਾਰਵਾਈ ਨਾ ਕੀਤੀ, ਜਿਹੜੀ ਅੱਗੇ ਜਾ ਕੇ ਉਸ ਦੇ ਵਾਸਤੇ ਹਾਨੀਕਾਰਕ ਸਿੱਧ ਹੋਈ। ਹਮਾਯੂੰ ਦੀਆਂ ਕਮਜ਼ੋਰੀਆਂ ਕੀ ਕੀ ਸੀਗੀਆਂ? ਹਮਾਯੂੰ ਦੀਆਂ ਕਮਜ਼ੋਰੀਆਂ ਕੀ ਸੀ? ਹਮਾਯੂੰ ਦੀਆਂ ਕੁਝ ਵਿਅਕਤੀਗਤ ਕਮਜ਼ੋਰੀਆਂ ਵੀ ਸੀ, ਜਿਸ ਕਾਰਨ ਉਹ ਸਮਾਜ ਦੇ ਵਿੱਚ ਇੱਕ ਸੂਤਰ ਵਿੱਚ ਉਸ ਨੂੰ ਨਹੀਂ ਪਰੋ ਸਕਿਆ, ਜਿਸ ਕਾਰਨ ਉਸ ਦਾ ਜਿਹੜਾ ਸ਼ਾਸਨ ਪ੍ਰਬੰਧ ਸੀ ਉਹ ਚੰਗੀ ਤਰ੍ਹਾਂ ਨਾਲ ਚੱਲ ਸਕਿਆ। ਬ੍ਰਿਟਿਸ਼ ਇਤਿਹਾਸਕਾਰਾਂ ਅਨੁਸਾਰ ਉਹ ਅਫੀਮ ਦਾ ਸੇਵਨ ਕਰਦਾ ਸੀ, ਜਿਸ ਕਾਰਨ ਉਸ ਨੇ ਪ੍ਰਸ਼ਾਸਨ ਵੱਲ ਕੋਈ ਖਾਸ ਧਿਆਨ ਨਾ ਦਿੱਤਾ। ਤਾਰੀਖ-ਏ-ਰਸ਼ੀਦੀ ਦੇ ਲੇਖਕ ਮਿਰਜ਼ਾ ਹੈਦਰ ਦੁਗਲਾਤ ਦੇ ਕਥਨ ਤੋਂ ਇਸ ਤੱਥ ਨੂੰ ਸਮਰਥਨ ਮਿਲਦਾ ਹੈ ਕਿ ਉਹ ਬੁਰੇ ਅਤੇ ਲਾਲਚੀ ਲੋਕਾਂ ਦੇ ਪ੍ਰਭਾਵ ਹੇਠ ਹਮਾਯੂੰ ਨੇ ਬੁਰੀਆਂ ਆਦਤਾਂ ਸਿੱਖ ਲਈਆਂ, ਜਿਨ੍ਹਾਂ ਵਿੱਚ ਅਫੀਮ ਦਾ ਨਸ਼ਾ ਕਰਨਾ ਵੀ ਸ਼ਾਮਲ ਸੀ, ਜਿਸ ਕਾਰਨ ਉਸ ਦਾ ਪਤਨ ਹੋਇਆ। ਨੈਕਸਟ ਦੇਖੋ, ਹਮਾਯੂੰ ਬਾਰੇ ਕਿਹਾ ਜਾਂਦਾ ਹੈ ਕਿ ਬੌਧਿਕ ਪ੍ਰਤਿਭਾ ਹੁੰਦੇ ਹੋਏ ਵੀ ਉਸ ਵਿੱਚ ਸਹੀ ਸਮੇਂ 'ਤੇ ਸਹੀ ਫੈਸਲਾ ਲੈਣ ਦਾ ਸਮਰਥ ਨਹੀਂ ਸੀ। ਹਾਲਾਂਕਿ ਇਹ ਸਹੀ ਵੀ ਨਹੀਂ ਜਾਪਦਾ, ਕਿਉਂਕਿ ਜੇਕਰ ਇਹੋ ਜਿਹਾ ਹੁੰਦਾ ਤਾਂ ਉਹ ਆਪਣੇ ਜੀਵਨ ਦੇ ਅੰਤਿਮ ਸਮੇਂ ਦੇ ਵਿੱਚ ਸੈਨਾ ਇਕੱਠੀ ਕਰਕੇ ਦੁਬਾਰਾ ਦਿੱਲੀ ਦਾ ਸੁਲਤਾਨ ਨਾ ਬਣ ਪਾਉਂਦਾ ਅਤੇ ਭਟਕਦਾ ਹੋਇਆ ਹੀ ਮਰ ਜਾਂਦਾ। ਦੇਖੋ, ਹਮਾਯੂੰ ਮੁਗਲ ਕਾਲ ਦਾ ਪਹਿਲਾ ਅਤੇ ਅੰਤਿਮ ਸ਼ਾਸਕ ਸੀ, ਜਿਸ ਨੇ ਆਪਣੇ ਸਾਮਰਾਜ ਦਾ ਵਿਭਾਜਨ ਕੀਤਾ ਸੀ। ਪਹਿਲਾ ਅਤੇ ਅੰਤਿਮ ਸ਼ਾਸਕ ਸੀ ਇਹ, ਜਿਸ ਨੇ ਆਪਣੇ ਸਾਮਰਾਜ ਦਾ ਵਿਭਾਜਨ ਕੀਤਾ ਸੀ ਆਪਣੇ ਪਿਤਾ ਦੀ ਇੱਛਾ ਦੇ ਅਨੁਸਾਰ। ਬਾਬਰ ਦੀ ਇੱਛਾ ਸੀ ਕਿ ਉਸ ਦਾ ਜਿਹੜਾ ਸ਼ਾਸਨ ਹੈ ਉਹ ਉਸ ਦੇ ਚਾਰੇ ਪੁੱਤਰਾਂ ਦੇ ਹਿੱਸੇ ਦੇ ਵਿੱਚ ਬਰਾਬਰ ਵੰਡਿਆ ਜਾਵੇ। ਆਪਣੇ ਪਿਤਾ ਦੀ ਗੱਲ ਮੰਨਦੇ ਹੋਏ ਹਮਾਯੂੰ ਨੇ ਆਪਣੇ ਰਾਜ ਨੂੰ ਆਪਣੇ ਭਾਈਆਂ ਦੇ ਨਾਲ ਸਾਂਝਾ ਕੀਤਾ। ਹਮਾਯੂੰ ਦੁਆਰਾ ਲੜੇ ਹੋਏ ਯੁੱਧ, ਕਲਿੰਜਰ ਦਾ ਯੁੱਧ, ਜਿਹੜਾ ਕਿ 1531 ਈਸਵੀ ਦੇ ਵਿੱਚ ਹੋਇਆ ਸੀ। ਇਹ ਹਮਾਯੂੰ ਦਾ ਪਹਿਲਾ ਸੈਨਿਕ ਹਮਲਾ ਸੀ, ਜੋ ਕਿ ਬੁੰਦੇਲਖੰਡ ਦੇ ਕਲਿੰਜਰ ਦੇ ਖਿਲਾਫ ਸੀ। ਕਲਿੰਜਰ ਦਾ ਰਾਜਾ ਪ੍ਰਤਾਪ ਰੁਦਰ ਸੀ। ਇਹ ਅਭਿਆਨ ਅਸਫਲ ਰਿਹਾ। ਹਮਾਯੂੰ ਨੇ ਇਸ ਕਿਲ੍ਹੇ ਦੀ ਘੇਰਾਬੰਦੀ ਸ਼ੁਰੂ ਕੀਤੀ। ਪਹਾੜੀਆਂ 'ਤੇ ਸਥਿਤ ਹੋਣ ਕਾਰਨ ਇਹ ਕਿਲ੍ਹਾ ਅਭੇਦ ਸੀ, ਪਰੰਤੂ ਹਮਾਯੂੰ ਨੇ ਇਸ ਨੂੰ ਘੇਰ ਕੇ ਨਾਮੁਮਕਿਨ ਨੂੰ ਮੁਸ਼ਕਿਲ ਕਰ ਦਿੱਤਾ। ਪਰੰਤੂ ਇਸੇ ਸਮੇਂ ਅਫਗਾਨਾਂ ਨੇ ਵਿਦਰੋਹ ਕਰ ਦਿੱਤਾ। ਰੁਦਰ ਪ੍ਰਤਾਪ ਨੇ ਵੀ ਆਪਣੀ ਸਥਿਤੀ ਨੂੰ ਦੇਖਦੇ ਹੋਏ ਹਮਾਯੂੰ ਨਾਲ ਸੰਧੀ ਕਰਨਾ ਉਚਿਤ ਸਮਝਿਆ, ਕਿਉਂਕਿ ਇਹ ਜਿਹੜਾ ਕਿਲ੍ਹਾ ਸੀ, ਇਸ ਕਿਲ੍ਹੇ ਦੀ ਜਿਹੜੀ ਅੰਦਰ ਰਸਦ ਪਾਣੀ ਸੀ ਉਹ ਮੁੱਕਣੀ ਸ਼ੁਰੂ ਹੋ ਗਈ ਸੀ, ਜਿਸ ਨੂੰ ਦੇਖਦੇ ਹੋਏ ਰੁਦਰ ਪ੍ਰਤਾਪ ਦੇਵ ਨੇ ਹਮਾਯੂੰ ਦੀ ਅਧੀਨਤਾ ਜਿਹੜੀ ਸੀ ਉਹ ਮੰਨ ਲਈ ਅਤੇ ਉਸ ਦੇ ਨਾਲ ਸੰਧੀ ਕਰਨਾ ਉਚਿਤ ਸਮਝਿਆ। ਹਮਾਯੂੰ ਲਈ ਵੀ ਅਫਗਾਨ ਵੱਡਾ ਖਤਰਾ ਸਨ, ਜਿਸ ਕਾਰਨ ਦੋਨਾਂ ਦੇ ਵਿੱਚ ਸੰਧੀ ਹੋ ਗਈ ਅਤੇ ਰੁਦਰਦੇਵ ਨੇ ਹਮਾਯੂੰ ਦੀ ਅਧੀਨਤਾ ਮੰਨ ਲਈ। ਹਮਾਯੂੰ ਨੇ 12 ਮਣ ਸੋਨਾ ਦਿੱਤਾ ਗਿਆ ਅਤੇ ਰੁਦਰਦੇਵ ਦਾ ਸ਼ਾਸਨ ਚੱਲਦਾ ਰਿਹਾ। ਰੁਦਰਦੇਵ ਨੇ ਹਮਾਯੂੰ ਨੂੰ 12 ਮਣ ਸੋਨਾ ਦਿੱਤਾ, ਘੇਰ ਵੀ ਲਿਆ, ਪਰ ਜਿੱਤ ਨਹੀਂ ਸਕਿਆ, ਉਸਨੇ ਅਧੀਨਤਾ ਮੰਨ ਲਈ। ਨੈਕਸਟ ਹੈ ਦੇਵਰਾ ਦਾ ਯੁੱਧ। ਇਹ ਯੁੱਧ ਹਮਾਯੂੰ ਅਤੇ ਅਫਗਾਨ ਸ਼ਾਸਕ ਮਹਿਮੂਦ ਲੋਧੀ ਦਰਮਿਆਨ ਹੋਇਆ ਸੀ। ਮਹਿਮੂਦ ਲੋਧੀ ਕੌਣ ਸੀ? ਇਬਰਾਹਿਮ ਲੋਧੀ ਦਾ ਭਰਾ ਸੀ, ਜਿੱਦਾਂ ਆਪਾਂ ਨੇ ਉੱਪਰ ਦੱਸਿਆ। ਕਲਿੰਜਰ ਦੇ ਯੁੱਧ ਤੋਂ ਬਾਅਦ ਹਮਾਯੂੰ ਅਫਗਾਨਾਂ ਖਿਲਾਫ ਯੁੱਧ ਕਰਨ ਦਾ ਫੈਸਲਾ ਲਿਆ। ਹਮਾਯੂੰ ਨੇ
ਅਫਗਾਨਾਂ ਖਿਲਾਫ ਯੁੱਧ ਕਰਨ ਦਾ ਫੈਸਲਾ ਲਿਆ। 1532 ਵਿੱਚ ਹਮਾਯੂੰ ਨੇ ਅਫਗਾਨ ਸ਼ਾਸਕ ਮਹਿਮੂਦ ਲੋਧੀ ਦਰਮਿਆਨ ਹਮਾਯੂੰ ਅਤੇ ਅਫਗਾਨ ਸ਼ਾਸਕ ਮਹਿਮੂਦ ਲੋਧੀ ਦੇ ਦਰਮਿਆਨ ਦੇਵਰਾ ਔਰ ਦੇਹਰਿਆ ਨਾਮਕ ਸਥਾਨ ਦੇ ਉੱਤੇ ਯੁੱਧ ਹੋਇਆ। ਇੱਕੋ ਹੀ ਨਾਮ ਹੈ ਇਹ, ਇਹਨੂੰ ਦੇਵਰਾ ਵੀ ਕਿਹਾ ਜਾਂਦਾ, ਦੇਹਰਿਆ ਵੀ ਕਿਹਾ ਜਾਂਦਾ, ਜਿਸ ਦਾ ਨਤੀਜਾ ਅਫਗਾਨਾਂ ਦੀ ਹਾਰ ਦੇ ਨਾਲ ਹੋਇਆ। ਅਫਗਾਨ ਹਾਰ ਗਏ ਔਰ ਹਮਾਯੂੰ ਜਿਹੜਾ ਸੀ ਉਹ ਇਸ ਯੁੱਧ ਦੇ ਵਿੱਚ ਜਿੱਤ ਗਿਆ। ਇਸ ਯੁੱਧ ਦੇ ਨਤੀਜੇ ਵਜੋਂ ਹਮਾਯੂੰ ਨੇ ਚੁਨਾਰ ਦੇ ਕਿਲ੍ਹੇ ਉੱਪਰ ਕਬਜ਼ਾ ਕਰ ਲਿਆ। ਚੁਨਾਰ ਸ਼ੇਰ ਸ਼ਾਹ ਸੂਰੀ ਦੇ ਅਧੀਨ ਸੀ। ਹਮਾਯੂੰ ਨੂੰ ਸ਼ੇਰ ਸ਼ਾਹ ਸੂਰੀ ਦੀਆਂ ਮਹੱਤਵਾਕਾਂਸ਼ਾਵਾਂ ਬਾਰੇ ਜਾਣਕਾਰੀ ਸੀਗੀ, ਜਿਸ ਕਾਰਨ ਹਮਾਯੂੰ ਨੇ ਸ਼ੇਰ ਖਾਂ ਉੱਪਰ ਹਮਲਾ ਕਰ ਦਿੱਤਾ। ਪਰੰਤੂ ਸ਼ੇਰ ਸ਼ਾਹ ਨੇ ਬੜੀ ਚਲਾਕੀ ਦੇ ਨਾਲ ਹਮਾਯੂੰ ਦੀ ਅਧੀਨਤਾ ਮੰਨ ਲਈ ਅਤੇ ਹਮਾਯੂੰ ਨੇ ਸ਼ੇਰ ਸ਼ਾਹ ਸੂਰੀ ਨੂੰ ਉਹ ਕਿਲ੍ਹਾ ਵਾਪਸ ਕਰ ਦਿੱਤਾ। ਠੀਕ ਹੈ ਜੀ। ਚੁਨਾਰ ਦੀ ਘੇਰਾਬੰਦੀ 1532 ਈਸਵੀ ਦੇ ਵਿੱਚ। ਚੁਨਾਰ ਉੱਪਰ ਸ਼ੇਰ ਸ਼ਾਹ ਮੁਹੰਮਦ ਦਾ ਰਾਜ ਸੀ, ਜਿਸ ਨੇ ਹਮਾਯੂੰ ਦੀ ਅਧੀਨਤਾ ਮੰਨ ਲਈ ਸੀ। ਹਮਾਯੂੰ ਦੇ ਹਮਲੇ ਕਾਰਨ ਪਹਿਲਾ ਚੁਨਾਰ ਕਿਲ੍ਹਾ ਸ਼ੇਰ ਸ਼ਾਹ ਅਧੀਨ ਸੀ। ਹਮਾਯੂੰ ਨੇ 4 ਮਹੀਨੇ ਕਿਲ੍ਹੇ ਦੀ ਘੇਰਾਬੰਦੀ ਕੀਤੀ। ਬਾਅਦ ਵਿੱਚ ਹਮਾਯੂੰ ਅਤੇ ਸ਼ੇਰ ਸ਼ਾਹ ਵਿੱਚ ਸਮਝੌਤਾ ਹੋ ਗਿਆ। ਹਮਾਯੂੰ ਦਾ ਸ਼ੇਰ ਸ਼ਾਹ ਨੂੰ ਬਿਨਾਂ ਹਰਾਏ ਵਾਪਸ ਛੱਡ ਕੇ ਜਾਣਾ, ਜਿਉਂਦਾ ਛੱਡ ਕੇ ਜਾਣਾ ਹਮਾਯੂੰ ਦੀ ਸਭ ਤੋਂ ਵੱਡੀ ਭੁੱਲ ਸੀਗੀ। ਸ਼ੇਰ ਸ਼ਾਹ ਨੇ ਇਸ ਭੁੱਲ ਦਾ ਫਾਇਦਾ ਲਿਆ, ਇਸ ਗਲਤੀ ਦਾ ਫਾਇਦਾ ਚੁੱਕਿਆ ਅਤੇ ਆਪਣੀ ਸੈਨਾ ਦੇ ਵਿੱਚ ਵਾਧਾ ਕਰ ਲਿਆ ਅਤੇ ਅੱਗੇ ਜਾ ਕੇ ਉਹ ਆਪ ਹਮਾਯੂੰ ਲਈ ਵੱਡਾ ਖਤਰਾ ਬਣ ਕੇ ਆਇਆ ਅਤੇ ਦਿੱਲੀ ਦਾ ਸ਼ਾਸਕ ਵੀ ਬਣ ਗਿਆ। ਉਸ ਨੇ ਬਾਅਦ 'ਚੋਂ ਨਵੇਂ ਵੰਸ਼ ਦੀ ਸਥਾਪਨਾ ਕੀਤੀ, ਜਿਹੜਾ ਕਿ ਸ਼ੂਰੀ ਵੰਸ਼ ਸੀ। 1533 ਵਿੱਚ ਹਮਾਯੂੰ ਨੇ ਦਿੱਲੀ ਵਿਖੇ ਦੀਨ ਪਨਾਹ ਨਾਮਕ ਇੱਕ ਦੁਰਗ ਯਮੁਨਾ ਨਦੀ ਦੇ ਕੰਢੇ 'ਤੇ ਬਣਾਇਆ, ਜਿਸ ਵਿੱਚ ਇੱਕ ਵਿਸ਼ਾਲ ਲਾਇਬ੍ਰੇਰੀ ਵੀ ਬਣਾਈ ਗਈ ਸੀ ਅਤੇ ਅੱਗੇ ਜਾ ਕੇ ਇਸੇ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਉਹ ਡਿੱਗ ਕੇ ਮਰ ਗਿਆ ਸੀ। ਬਹਾਦਰ ਸ਼ਾਹ ਨਾਲ ਸਮਝੌਤਾ। ਬਹਾਦਰ ਸ਼ਾਹ ਨਾਲ ਸੰਘਰਸ਼ 1532 ਈਸਵੀ ਤੋਂ ਲੈ ਕੇ 1536 ਈਸਵੀ ਤੱਕ। ਗੁਜਰਾਤ ਦੇ ਸ਼ਾਸਕ ਬਹਾਦਰ ਸ਼ਾਹ ਨੇ 1531 ਵਿੱਚ ਮਾਲਵਾ ਅਤੇ 1532 ਵਿੱਚ ਰਾਏਸੇਨ ਦੇ ਕਿਲ੍ਹੇ ਉੱਪਰ ਕਬਜ਼ਾ ਕਰ ਲਿਆ। 1533 ਵਿੱਚ ਬਹਾਦਰ ਸ਼ਾਹ ਨੇ ਚਿਤੌੜ ਉੱਪਰ ਹਮਲਾ ਕਰ ਦਿੱਤਾ। ਠੀਕ ਹੈ। ਔਰ ਚਿਤੌੜ ਨੂੰ ਮਜਬੂਰਨ ਸੰਧੀ ਕਰਨੀ ਪਈ। ਉਸ ਨੇ ਟਰਕੀ ਜਾਂ ਫਿਰ ਤੁਰਕੀ ਦੇ ਇੱਕ ਪ੍ਰਸਿੱਧ ਤੋਪਚੀ ਰੂਮੀ ਖਾਨ ਦੀ ਮਦਦ ਦੇ ਨਾਲ ਇੱਕ ਕੁਸ਼ਲ ਤੋਪਖਾਨੇ ਦਾ ਨਿਰਮਾਣ ਕਰਵਾਇਆ। ਉਸ ਦੀ ਵੱਧਦੀ ਹੋਈ ਤਾਕਤ ਹਮਾਯੂੰ ਲਈ ਖਤਰਾ ਸੀ, ਜਿਸ ਕਾਰਨ ਉਹਨਾਂ ਦੋਨਾਂ ਨੂੰ ਆਮੋ ਸਾਹਮਣੇ ਹੋਣਾ ਲਾਜ਼ਮੀ ਹੋ ਗਿਆ ਸੀ। ਹਮਾਯੂੰ ਅਤੇ ਬਹਾਦਰ ਸ਼ਾਹ ਦੀ ਦਰਮਿਆਨ ਸੰਘਰਸ਼ 1535 ਵਿੱਚ ਸਾਰੰਗਪੁਰ ਵਿੱਚ ਹੋਇਆ। ਕੁਝ ਦਿਨ ਦੋਨਾਂ ਪੱਖਾਂ ਦੀਆਂ ਸੈਨਾਵਾਂ ਇੱਕ ਦੂਜੇ ਦੇ ਆਮੋ ਸਾਹਮਣੇ ਖੜ੍ਹੀਆਂ ਰਹੀਆਂ। ਰੂਮੀ ਖਾਨ ਦੀ ਸਲਾਹ ਉੱਤੇ ਬਹਾਦਰ ਸ਼ਾਹ ਨੇ ਆਪਣੀ ਸੈਨਾ ਦੇ ਚਾਰੇ ਪਾਸੇ ਖਾਈਆਂ ਖੁਦਵਾ ਦਿੱਤੀਆਂ, ਜਿਸ ਵਿੱਚ ਹਮਲੇ ਸਮੇਂ ਮੁਗਲ ਸੈਨਿਕ ਉਹਦੇ ਵਿੱਚ ਡਿੱਗ ਸਕਣ ਅਤੇ ਮਰ ਸਕਣ। ਪਰੰਤੂ ਹਮਾਯੂੰ ਨੇ ਹਮਲਾ ਨਾ ਕਰਕੇ ਫੌਜ ਨੂੰ ਘੇਰ ਕੇ ਰੱਖਿਆ, ਜਿਹਦੇ ਨਾਲ ਫੌਜ ਦਾ ਰਸਦ ਪਾਣੀ ਖਤਮ ਹੋਣ ਲੱਗਿਆ, ਉਸ ਵਿੱਚ ਕਮੀ ਹੋਣ ਲੱਗੀ ਅਤੇ ਭੁੱਖਮਰੀ ਵਰਗੀ ਸਥਿਤੀ ਬਣ ਗਈ। ਅਜਿਹੀ ਸਥਿਤੀ ਵਿੱਚ ਬਹਾਦਰ ਸ਼ਾਹ ਨੂੰ ਉੱਥੋਂ ਭੱਜਣਾ ਪਿਆ ਅਤੇ ਮਾਂਡੂ ਦੇ ਕਿਲ੍ਹੇ ਵਿੱਚ ਜਾ ਕੇ ਸ਼ਰਨ ਲੈਣੀ ਪਈ। ਇਸ ਤਰ੍ਹਾਂ ਹਮਾਯੂੰ ਦੁਆਰਾ ਮਾਂਡੂ ਅਤੇ ਚੰਪਾਰਣ ਉੱਤੇ ਹਮਲਾ ਕਰਕੇ ਮਾਲਵਾ ਅਤੇ ਗੁਜਰਾਤ ਉਸ ਦੇ ਅਧੀਨ ਆ ਗਏ। ਠੀਕ ਹੈ। ਜਦੋਂ ਚੰਪਾਰਣ ਮਾਂਡੂ ਭੱਜ ਗਿਆ ਬਹਾਦਰ ਸ਼ਾਹ, ਤਾਂ ਹਮਾਯੂੰ ਉਸ ਦੇ ਪਿੱਛੇ ਗਿਆ। ਉਸਨੇ ਮਾਂਡੂ ਜਿੱਤ ਲਿਆ, ਚੰਪਾਰਣ ਜਿੱਤ ਲਿਆ ਔਰ ਗੁਜਰਾਤ ਜਿੱਤ ਲਿਆ। ਹੁਣ ਬਹਾਦਰ ਸ਼ਾਹ ਨੇ ਚਿਤੌੜ ਨੂੰ ਘੇਰ ਲਿਆ। ਉੱਥੋਂ ਵੀ ਭੱਜ ਗਿਆ ਮਾਂਡੂ ਤੋਂ, ਅਤੇ ਉੱਥੋਂ ਜਾ ਕੇ ਬਹਾਦਰ ਸ਼ਾਹ ਨੇ ਕੀ ਕੀਤਾ, ਅੱਗੇ ਜਾ ਕੇ ਚਿਤੌੜ ਨੂੰ ਘੇਰ ਲਿਆ। ਚਿਤੌੜ ਦੇ ਰਾਜੇ ਸ਼ਾਸਕ ਵਿਕਰਮਜੀਤ ਨਾਬਾਲਗ ਸੀ। ਉਸ ਦੀ ਮਾਤਾ ਦਾ ਨਾਮ ਕਿਤੇ ਕਿਤੇ ਕਰਨਵਤੀ ਲਿਖਿਆ ਹੁੰਦਾ, ਕਿਤੇ ਕਿਤੇ ਕਰਮਵਤੀ ਲਿਖਿਆ ਹੁੰਦਾ। ਠੀਕ ਹੈ ਜੀ। ਤਾਂ ਉਸ ਨੇ ਹਮਾਯੂੰ ਨੂੰ ਕਹਿੰਦੇ ਚਿੱਠੀ ਭੇਜੀ ਅਤੇ ਚਿੱਠੀ ਦੇ ਵਿੱਚ ਇੱਕ ਰੱਖੜੀ ਭੇਜੀ ਸੀ, ਜਿਸ ਨੂੰ ਕਹਿੰਦੇ ਹਮਾਯੂੰ ਨੇ ਸਵੀਕਾਰ ਕਰ ਲਿਆ ਸੀ, ਮੰਨ ਲਿਆ ਸੀ। ਠੀਕ ਹੈ। ਤਾਂ ਉਸਨੇ ਕੀ ਕਿਹਾ ਕਿ ਉਹ ਜਿਹੜਾ ਸ਼ਾਸਕ ਸੀਗਾ ਚਿਤੌੜ ਦਾ, ਉਹ ਨਾਬਾਲਗ ਸੀ ਬਿਕਰਮਜੀਤ ਸਿੰਘ। ਉਸ ਦੀ ਮਾਤਾ ਕਰਮਵਤੀ ਨੇ, ਕਰਨ ਦੇਵੀ ਵੀ ਕਿਹਾ ਜਾਂਦਾ, ਹਮਾਯੂੰ ਨੂੰ ਚਿੱਠੀ ਭੇਜੀ ਔਰ ਚਿੱਠੀ ਦੇ ਵਿੱਚ ਭਰਾ ਮੰਨ ਕੇ ਹਮਾਯੂੰ ਨੂੰ ਆਪਣੀ ਸਹਾਇਤਾ ਦੇ ਲਈ ਬੁਲਾਇਆ। ਹਮਾਯੂੰ ਉਸ ਦੀ ਸਹਾਇਤਾ ਲਈ ਅੱਗੇ ਵਧਿਆ, ਪਰੰਤੂ ਰਾਹ ਦੇ ਵਿੱਚ ਬਹਾਦਰ ਸ਼ਾਹ ਨੇ ਉਸ ਨੂੰ ਇੱਕ ਚਿੱਠੀ ਭੇਜ ਦਿੱਤੀ, ਜਿਸ ਦੇ ਵਿੱਚ ਉਸਨੇ ਕਿਹਾ ਕਿ ਮੈਂ ਜਿਹਾਦ ਲਈ ਯੁੱਧ ਕਰ ਰਿਹਾ ਹਾਂ, ਇਹ ਕਾਫਰ ਨੇ ਅਤੇ ਤੂੰ ਕਾਫਰਾਂ ਦੀ ਸਹਾਇਤਾ ਨਾ ਕਰ। ਠੀਕ ਹੈ ਜੀ। ਜਿਸ ਤੋਂ ਬਾਅਦ ਹਮਾਯੂੰ ਨੇ ਅੱਗੇ ਜਾ ਕੇ ਉਹਦੇ 'ਤੇ ਬਹਾਦਰ ਸ਼ਾਹ ਉੱਪਰ ਹਮਲਾ ਕਰਨ ਤੋਂ ਮਨ੍ਹਾ ਕਰ ਦਿੱਤਾ। ਇਹ ਹਮਾਯੂੰ ਦੀ ਇੱਕ ਵੱਡੀ ਭੁੱਲ ਸੀ, ਜਿਸ ਦੇ ਕਾਰਨ ਜਿਹੜੇ ਰਾਜਪੂਤ ਸੀ ਹਮਾਯੂੰ ਨੂੰ ਉਹਨਾਂ ਦਾ ਸਮਰਥਨ ਨਾ ਮਿਲ ਸਕਿਆ, ਅਤੇ ਜਿਹੜਾ ਬਹਾਦਰ ਸ਼ਾਹ ਸੀ ਉਸ ਨੇ ਵੀ ਅੱਗੇ ਜਾ ਕੇ ਇਸ ਦੇ
ਰਾਸਤੇ ਦੇ ਵਿੱਚ ਰੋੜਾ ਬਣਨ ਦਾ ਕੰਮ ਕੀਤਾ। 1537 ਈਸਵੀ ਦੇ ਵਿੱਚ ਬਹਾਦਰ ਸ਼ਾਹ ਦੀ ਮੌਤ ਹੋ ਗਈ। ਠੀਕ ਹੈ, ਬਹਾਦਰ ਸ਼ਾਹ ਦੀ ਮੌਤ ਹੋਈ ਸੀ, ਨਾ ਕਿ ਹਮਾਯੂੰ ਦੀ। ਨੈਕਸਟ ਦੇਖੋ, ਸ਼ੇਰ ਖਾਂ ਨੂੰ ਹਰਾਉਣ ਲਈ ਹਮਾਯੂੰ ਨੇ ਚੁਨਾਰ ਦੇ ਕਿਲ੍ਹੇ ਦੀ ਘੇਰਾਬੰਦੀ ਕਰ ਦਿੱਤੀ ਸੀ। ਠੀਕ ਹੈ, 1538 ਦੇ ਵਿੱਚ ਹਮਾਯੂੰ ਨੇ ਗੌਂਡ ਉੱਪਰ ਅਧਿਕਾਰ ਕਰ ਲਿਆ ਸੀ। ਜਿੱਤ ਤੋਂ ਬਾਅਦ ਹਮਾਯੂੰ ਨੇ 8 ਮਹੀਨੇ ਬੰਗਾਲ ਵਿੱਚ ਐਸ਼ ਆਰਾਮ ਨਾਲ ਬਤੀਤ ਕੀਤੇ ਅਤੇ ਆਗਰੇ ਦਾ ਦਿੱਲੀ ਨਾਲ ਸੰਪਰਕ ਬਣਾਉਣ ਦੀ ਕੋਈ ਕੋਸ਼ਿਸ਼ ਨਾ ਕੀਤੀ, ਜਿਸ ਦਾ ਲਾਭ ਸ਼ੇਰ ਖਾਂ ਨੇ ਚੱਕਿਆ ਅਤੇ ਆਪਣੀ ਤਾਕਤ ਦੁਬਾਰਾ ਵਧਾਉਣੀ ਉਸਨੇ ਸ਼ੁਰੂ। ਚੌਥਾ ਦਾ ਯੁੱਧ। ਇਸ ਯੁੱਧ ਦੇ ਵਿੱਚ ਹਮਾਯੂੰ ਦੀ ਹਾਰ ਹੋਈ ਅਤੇ ਸ਼ੇਰ ਖਾਂ ਜਿੱਤੂ ਰਿਹਾ। ਹਮਾਯੂੰ ਆਪਣੀ ਜਾਨ ਬਚਾਉਣ ਲਈ ਗੰਗਾ ਨਦੀ ਵਿੱਚ ਕੁੱਦ ਗਿਆ। ਉਸਨੇ ਛਾਲ ਮਾਰਤੀ, ਜਿੱਥੇ ਨਿਜ਼ਾਮ ਖਾਂ ਦੇ ਇੱਕ ਭਿਸ਼ਤੀ ਨੇ ਉਸ ਦੀ ਜਾਨ ਬਚਾਈ। ਅੱਗੇ ਚੱਲ ਕੇ ਹਮਾਯੂੰ ਨੇ ਨਿਜ਼ਾਮ ਭਿਸ਼ਤੀ ਨੂੰ ਅੱਧੇ ਦਿਨ ਦਾ ਬਾਦਸ਼ਾਹ ਬਣਾਇਆ ਸੀ ਅਤੇ ਇਸ ਨਿਜ਼ਾਮ ਭਿਸ਼ਤੀ ਨੇ ਅੱਧੇ ਦਿਨ ਦੇ ਵਿੱਚ ਚਾਮੜੇ ਦੇ ਸਿੱਕੇ ਚਲਾਏ। ਠੀਕ ਹੈ ਜੀ, ਚਾਮੜੇ ਦੇ ਸਿੱਕੇ ਚਲਾਉਣ ਵਾਲਾ ਕੌਣ ਸੀ? ਨਿਜ਼ਾਮ ਭਿਸ਼ਤੀ ਸੀ ਮੁਗਲ ਕਾਲ ਦੇ ਵਿੱਚ। ਠੀਕ ਹੈ, ਇਤਿਹਾਸ ਦੇ ਵਿੱਚ ਦਰਜ ਹੋ ਗਿਆ ਇਹ ਅੱਧੇ ਦਿਨ ਦਾ ਸ਼ਾਸਕ ਬਣ ਕੇ, ਔਰ ਅੱਧੇ ਦਿਨ ਦੇ ਵਿੱਚ ਇਸ ਨੇ ਚਾਮੜੇ ਦੇ ਸਿੱਕੇ ਵੀ ਚਲਾਤੇ ਸੀ। ਚੌਥਾ ਦਾ ਯੁੱਧ ਜਿੱਤਣ ਤੋਂ ਬਾਅਦ ਸ਼ੇਰ ਖਾਂ ਨੇ ਆਪਣਾ ਨਾਮ ਬਦਲ ਕੇ ਸ਼ੇਰ ਸ਼ਾਹ ਸੂਰੀ ਰੱਖ ਲਿਆ। ਉਸ ਨੇ ਆਪਣੇ ਨਾਮ ਦੇ ਸਿੱਕੇ ਚਲਵਾਏ ਅਤੇ ਆਪਣੇ ਨਾਮ ਉੱਪਰ ਖੁਤਬਾ ਵੀ ਪੜਵਾਇਆ। ਕਨੌਜ ਅਤੇ ਬਿਲਗਰਾਮ ਦਾ ਯੁੱਧ 1540 ਈਸਵੀ। ਹਮਾਯੂੰ ਆਪਣੀ ਹਾਰ ਬਰਦਾਸ਼ਤ ਨਾ ਕਰ ਸਕਿਆ ਅਤੇ ਉਸਨੇ ਦੁਬਾਰਾ ਸ਼ੇਰ ਸ਼ਾਹ ਸੂਰੀ ਦੇ ਉੱਪਰ ਹਮਲਾ ਕੀਤਾ। ਇਸ ਯੁੱਧ ਵਿੱਚ ਦੁਬਾਰਾ ਫੇਰ ਉਸ ਦੀ ਹਾਰ ਹੋਈ ਅਤੇ ਹੁਣ ਦੀ ਜਿਹੜੀ ਹਾਰ ਸੀ ਉਸ ਨੂੰ ਬਹੁਤ ਭਾਰੀ ਵੀ। ਠੀਕ ਹੈ, ਅਤੇ ਉਸ ਨੂੰ 15 ਸਾਲ ਬਿਨਾਂ ਰਾਜ ਤੋਂ ਇੱਧਰ ਉੱਧਰ ਭਟਕਣਾ ਪਿਆ ਅਤੇ ਉਸਨੇ ਨਿਰਵਾਸਤਾ ਵਰਗਾ ਜੀਵਨ ਬਤੀਤ ਕੀਤਾ ਸੀਗਾ। ਠੀਕ ਹੈ ਜੀ, 1540 ਦੇ ਵਿੱਚ। ਹੁਣ ਉਹ 15 ਸਾਲ ਬਾਅਦ ਯਾਨੀ ਕਿ 1555 ਦੇ ਵਿੱਚ ਸ਼ੇਰ ਸ਼ਾਹ ਦੀ ਮੌਤ ਤੋਂ ਬਾਅਦ ਦੁਬਾਰਾ ਸ਼ਾਸਕ ਬਣੂਗਾ। ਠੀਕ ਹੈ, ਆਪਣੇ ਇਸੇ ਸਮੇਂ ਦੌਰਾਨ ਹੀ 15 ਅਕਤੂਬਰ 1542 ਈਸਵੀ ਨੂੰ ਹਮੀਦਾ ਬਾਨੋ ਨੇ ਸਿੰਧ ਵਿੱਚ ਅਮਰਕੋਟ ਦੇ ਰਾਜੇ ਰਾਣਾ ਵੀਰ ਸਾਲ ਦੇ ਮਹਿਲ ਦੇ ਵਿੱਚ ਅਕਬਰ ਨੂੰ ਜਨਮ ਦਿੱਤਾ। ਠੀਕ ਹੈ, ਹਮੀਦਾ ਬਾਨੋ ਕੌਣ ਸੀ? ਤਾਂ ਹਮੀਦਾ ਬਾਨੋ ਇਸ ਦੀ ਪਤਨੀ ਸੀ। ਠੀਕ ਹੈ, ਕਿਹਦੀ ਪਤਨੀ ਸੀ ਇਹ? ਹਮਾਯੂੰ ਦੀ ਪਤਨੀ ਸੀ ਇਹ, ਔਰ ਅਕਬਰ ਦੀ ਮਾਂ ਸੀ। ਠੀਕ ਹੈ, ਅਕਬਰ ਦਾ ਜਨਮ ਸਿੰਧ ਦੇ ਅਮਰਕੋਟ ਦੇ ਰਾਜਪੂਤ ਰਾਣੇ ਵੀਰ ਸਾਲ ਦੇ ਮਹਿਲ ਦੇ ਵਿੱਚ ਹੋਇਆ ਸੀ। ਅਫਗਾਨ ਸ਼ਾਸਕ ਸ਼ੇਰ ਸ਼ਾਹ ਸੂਰੀ ਦੀ ਮੌਤ 1545 ਈਸਵੀ ਤੋਂ ਬਾਅਦ ਹਮਾਯੂੰ ਨੇ ਦੁਬਾਰਾ ਦਿੱਲੀ ਨੂੰ ਪ੍ਰਾਪਤ ਕਰਨ ਲਈ ਸ਼ਕਤੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਠੀਕ ਹੈ ਜੀ, 1545 ਈਸਵੀ ਦੇ ਵਿੱਚ ਸ਼ੇਰ ਸ਼ਾਹ ਦੀ ਮੌਤ ਹੋ ਗਈ ਸੀ, ਪਰੰਤੂ ਫਿਰ ਵੀ ਇਸ ਨੂੰ 9-10 ਸਾਲ ਲੱਗ ਗਏ ਸ਼ਾਸਕ ਬਣਨ ਵਾਸਤੇ। ਇਹ ਸ਼ਾਸਕ ਬਣੂਗਾ ਹੁਣ 1555 ਈਸਵੀ ਦੇ ਵਿੱਚ, ਕਿਉਂਕਿ ਇਸ ਸਮੇਂ ਦੇ ਵਿੱਚ 1545 ਤੋਂ 1555 ਦੇ ਵਿੱਚ ਹੋਰ ਕਈ ਸ਼ਾਸਕ ਆਉਂਦੇ ਰਹੇ ਸੂਰੀ ਵੰਸ਼ ਦੇ। ਠੀਕ ਹੈ ਜੀ, ਔਰ ਹਮਾਯੂੰ ਆਪਦੀ ਤਾਕਤ ਸੀ ਜਿਹੜੀ ਉਹ ਇਕੱਠੀ ਕਰਦਾ ਰਿਹਾ। 1554 ਵਿੱਚ ਹਮਾਯੂੰ ਸਿੰਧ ਪਾਰ ਕਰਕੇ ਪਿਸ਼ਾਵਰ ਵੱਲ ਵਧਿਆ ਅਤੇ 24 ਫਰਵਰੀ 1555 ਨੂੰ ਲਾਹੌਰ ਦੇ ਉੱਤੇ ਉਸਨੇ ਅਧਿਕਾਰ ਕਰ ਲਿਆ। ਮਾਛੀਵਾੜੇ ਦਾ ਯੁੱਧ 1555। ਸਿਕੰਦਰ ਸ਼ਾਹ ਦੇ ਆਦੇਸ਼ 'ਤੇ ਇੱਕ ਬੜੀ ਸੈਨਾ ਤਾਤਰ ਖਾਂ ਅਤੇ ਹੈਬਾਤ ਖਾਂ ਦੀ ਅਗਵਾਈ ਦੇ ਵਿੱਚ ਮੁਗਲਾਂ ਉੱਪਰ ਚੜ੍ਹਾਈ ਕਰਨ ਲਈ ਭੇਜੀ ਗਈ। 15 ਮਈ 1555 ਨੂੰ ਦੋਨਾਂ ਪੱਖਾਂ ਦੀਆਂ ਫੌਜਾਂ ਆਮਣੋ ਸਾਹਮਣੋਂ ਹੋਈਆਂ ਅਤੇ ਮਾਛੀਵਾੜੇ ਦੇ ਇਲਾਕੇ ਦੇ ਵਿੱਚ ਯੁੱਧ ਹੋਇਆ, ਜਿਸ ਵਿੱਚ ਮੁਗਲ ਜੇਤੂ ਰਹੇ ਅਤੇ ਪੰਜਾਬ ਦੇ ਉੱਪਰ ਮੁਗਲਾਂ ਦਾ ਅਧਿਕਾਰ ਹੋ ਗਿਆ। ਸਰਹੰਦ ਦਾ ਯੁੱਧ ਹੋਇਆ। ਇਸ ਤੋਂ ਬਾਅਦ ਦੇਖੋ, ਮਾਛੀਵਾੜੇ ਦਾ ਯੁੱਧ ਹੋਇਆ ਸੀ ਪਹਿਲਾਂ 1555 ਦੇ ਵਿੱਚ, ਹੁਣ ਸਰਹੰਦ ਦਾ ਯੁੱਧ ਹੋਇਆ ਸੀ 1555 ਦੇ ਵਿੱਚ, ਜੂਨ ਦੇ ਵਿੱਚ, ਉਹ ਮਈ ਦੇ ਵਿੱਚ ਸੀਗਾ। ਠੀਕ ਹੈ, ਹੁਣ ਸਿਕੰਦਰ ਸ਼ਾਹ ਨੇ ਕੀ ਕੀਤਾ, ਖੁਦ ਸੈਨਾ ਲੈ ਕੇ ਹਮਾਯੂੰ ਦੇ ਉੱਪਰ ਹਮਲਾ ਕਰ ਦਿੱਤਾ। 22 ਜੂਨ 1555 ਨੂੰ ਸਰਹੰਦ ਦੇ ਵਿਖੇ ਦੋਨਾਂ ਵਿੱਚ ਭਿਆਨਕ ਯੁੱਧ ਹੋਇਆ ਅਤੇ ਇਸ ਵਾਰ ਫਿਰ ਹਮਾਯੂੰ ਜਿਹੜਾ ਸੀ ਉਹ ਜੇਤੂ ਰਿਹਾ। ਇੱਥੋਂ ਸਿਕੰਦਰ ਸ਼ਾਹ ਲੋਧੀ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ। ਹੁਣ ਹਮਾਯੂੰ ਨੇ ਅੱਗੇ ਵੱਧ ਕੇ ਦਿੱਲੀ ਦੇ ਉੱਪਰ 23 ਜੁਲਾਈ 1555 ਨੂੰ ਅਧਿਕਾਰ ਕਰ ਲਿਆ ਅਤੇ 15 ਸਾਲਾਂ ਬਾਅਦ ਉਹ ਦੁਬਾਰਾ ਹਿੰਦੁਸਤਾਨ ਦਾ ਸ਼ਾਸਕ ਬਣ ਗਿਆ।
24 ਫਰਵਰੀ 1556 ਨੂੰ ਹਮਾਯੂੰ ਦੀਨ ਪਨਾਹ ਦਾ ਦੂਸਰਾ ਨਾਮ ਵੀ ਹੈ ਇੱਕ, ਉਹ ਹੈ ਸ਼ੇਰ ਮੰਡਲ ਸਥਿਤ ਲਾਇਬ੍ਰੇਰੀ ਦੀਆਂ ਪੌੜੀਆਂ ਤੋਂ ਡਿੱਗ ਕੇ ਉਸ ਦੇ ਸੱਟ ਲੱਗੀ, ਜਿਸ ਕਾਰਨ ਉਹ 27 ਜਨਵਰੀ 1556 ਨੂੰ ਉਸ ਦੀ ਮੌਤ ਹੋ ਗਈ। ਠੀਕ ਹੈ ਜੀ। 24 ਜਨਵਰੀ 1556 ਦੇ ਵਿੱਚ ਉਹ ਦੀਨ ਪਨਾਹ ਦੀ ਪੌੜੀਆਂ ਦੇ ਵਿੱਚੋਂ ਡਿੱਗ ਗਿਆ ਔਰ 3 ਦਿਨ ਬਾਅਦ 27 ਜਨਵਰੀ 1556 ਨੂੰ ਉਸ ਦੀ ਮੌਤ ਹੋ ਗਈ ਸੀ। ਇੱਕ ਇਤਿਹਾਸਕਾਰ ਹੋਇਆ ਲੇਨਪੋਲ ਨਾਮ ਦਾ, ਉਹ ਕਹਿ ਰਿਹਾ ਕਿ ਹਮਾਯੂੰ ਜੀਵਨ ਭਰ ਲੜਖੜਾਉਂਦਾ ਰਿਹਾ ਅਤੇ ਅੰਤ ਲੜਖੜਾਉਂਦਿਆਂ ਹੋਇਆ ਹੀ ਆਪਣੀ ਜਾਨ ਗਵਾ ਬੈਠਾ। ਇਹ ਕਿਹਾ ਇਤਿਹਾਸਕਾਰ ਲੇਨਪੋਲ ਨੇ। ਠੀਕ ਹੈ ਜੀ। ਇੱਕ ਹੋਰ ਇਤਿਹਾਸਕਾਰ ਹੋਏ ਨੇ ਹਰੀਸ਼ੰਕਰ ਸ਼੍ਰੀਵਾਸਤਵ। ਕਹਿੰਦਾ ਕਿਸਮਤ ਦੀ ਇੱਕ ਐਸੀ ਵਿਡੰਬਨਾ ਹੈ ਕਿ ਹਮਾਯੂੰ ਨੂੰ ਜੀਵਨ ਭਰ ਸ਼ਾਂਤੀ ਨਹੀਂ ਮਿਲੀ ਅਤੇ ਉਹਦੀ ਲਾਸ਼ ਵੀ ਵਾਰ-ਵਾਰ ਦਫਨਾਈ ਗਈ। ਠੀਕ ਹੈ। ਉਸ ਦੀ ਲਾਸ਼ ਕਈ ਵਾਰ ਦਫਨਾਈ ਗਈ। ਠੀਕ ਹੈ। ਕਈ ਵਾਰ ਕਬਰ ਦੇ ਵਿੱਚੋਂ ਕੱਢ ਕੇ ਉਸ ਦੀ ਕਬਰ ਜਿਹੜੀ ਸੀ ਨਵੇਂ ਸਿਰੇ ਤੋਂ ਪੱਟੀ ਗਈ ਅਤੇ ਬਾਅਦ ਦੇ ਵਿੱਚ ਫਿਰ ਉਸ ਨੂੰ ਦੂਸਰੀ ਜਗ੍ਹਾ ਸ਼ਿਫਟ ਕੀਤੀ ਗਈ। ਹਮਾਯੂੰ ਜੋਤਿਸ਼ ਦੇ ਵਿੱਚ ਬਹੁਤ ਵਿਸ਼ਵਾਸ ਰੱਖਦਾ ਸੀ ਅਤੇ ਹਫ਼ਤੇ ਦੇ 7 ਦਿਨਾਂ ਦੇ ਵਿੱਚ ਅਲੱਗ-ਅਲੱਗ ਰੰਗ ਦੇ ਕੱਪੜੇ ਪਾਉਂਦਾ ਸੀ। ਇੱਕ ਅਬੁਲ ਫਜ਼ਲ ਹੋਇਆ, ਠੀਕ ਹੈ ਜੀ, ਅਕਬਰ ਦਾ ਦਰਬਾਰੀ, ਇਸ ਨੇ ਆਪਣੀ ਕਿਤਾਬ ਦੇ ਵਿੱਚ ਹਮਾਯੂੰ ਨੂੰ ਇਨਸਾਨ-ਏ-ਕਾਮਿਲ ਦੀ ਉਪਾਧੀ ਧਾਰਨ ਦਿੱਤੀ। ਕਿਉਂ ਦਿੱਤੀ ਸੀ? ਕਿਉਂਕਿ ਇਹ ਜੋਤਿਸ਼ ਦੇ ਵਿੱਚ ਵਿਸ਼ਵਾਸ ਰੱਖਦਾ ਸੀ। ਇਨਸਾਨ-ਏ-ਕਾਮਿਲ। ਮੀਰ ਸੈਯਦ ਅਲੀ ਅਤੇ ਖਵਾਜਾ ਅਬਦੁਲ ਸਮਦ ਹਮਾਯੂੰ ਦੇ ਸਮਕਾਲੀ ਦੋ ਪ੍ਰਸਿੱਧ ਚਿੱਤਰਕਾਰ ਸੀ। ਠੀਕ ਹੈ। ਹਾਜੀ ਬੇਗਮ ਹਮਾਯੂੰ ਦੀ ਪਤਨੀ ਨੇ ਹਮਾਯੂੰ ਦੇ ਮਕਬਰੇ ਦਾ ਨਿਰਮਾਣ ਕਰਵਾਇਆ। ਕਿੱਥੇ ਕਰਵਾਇਆ ਸੀ? ਤਾਂ ਇਹ ਕਰਵਾਇਆ ਸੀ ਦਿੱਲੀ ਦੇ ਵਿੱਚ 1564 ਈਸਵੀ ਦੇ ਵਿੱਚ। ਸਫੈਦ ਸੰਗਮਰਮਰ ਨਾਲ ਬਣਿਆ ਇਹ ਭਾਰਤ ਦਾ ਪਹਿਲਾ ਮਕਬਰਾ ਸੀ ਜਿਸ ਗੁੰਬਦ ਬਣੀ ਹੋਈ ਸੀ। ਠੀਕ ਹੈ। ਇਸ ਦਾ ਨਕਸ਼ਾ ਮੀਰਕ ਮਿਰਜ਼ਾ ਗਿਆਸ ਨੇ ਤਿਆਰ ਕੀਤਾ ਸੀ। ਠੀਕ ਹੈ। ਮੀਰਕ ਮਿਰਜ਼ਾ ਨਾਮ ਦਾ ਵਿਅਕਤੀ ਸੀ ਜਿਸ ਨੇ ਨਕਸ਼ਾ ਤਿਆਰ ਕੀਤਾ ਸੀ ਔਰ ਇਹ ਭਾਰਤ ਦਾ ਪਹਿਲਾ ਸੰਗਮਰਮਰ ਵਾਲਾ ਗੁੰਬਦਕਾਰ ਮਕਬਰਾ ਸੀ। ਦੇਖੋ, ਗੁਲਬਦਨ ਬੇਗਮ ਹੋਏ ਨੇ ਇੱਕ, ਜਿਹੜੀ ਕਿ ਬਾਬਰ ਦੀ ਭੈਣ ਸੀ। ਇਹ ਗੁਲਬਦਨ ਬੇਗਮ ਨੇ ਅਕਬਰ ਦੇ ਕਹਿਣ ਦੇ ਉੱਪਰ ਪੁਸਤਕ ਲਿਖੀ ਸੀ ਜਿਸ ਦਾ ਨਾਮ ਹਮਾਯੂੰਨਾਮਾ ਸੀ। ਠੀਕ ਹੈ। ਜਿਸ ਦੇ ਵਿੱਚ ਹਮਾਯੂੰ ਦੇ ਬਾਰੇ ਵਿੱਚ ਜਾਣਕਾਰੀ ਮਿਲਦੀ ਹੈ। ਗੁਲਬਦਨ ਬੇਗਮ ਬਾਬਰ ਅਤੇ ਦਿਲਬਹਾਰ ਬੇਗਮ ਦੀ ਧੀ ਸੀਗੀ, ਜਿਸ ਦਾ ਜਨਮ 1523 ਈਸਵੀ ਦੇ ਵਿੱਚ ਹੋਇਆ ਸੀ ਔਰ ਮ੍ਰਿਤੂ ਇਸ ਦੀ ਹੋਈ ਸੀ 1603 ਈਸਵੀ ਦੇ ਵਿੱਚ। ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ, ਜਿਸ ਦੇ ਵਿੱਚ ਆਪਾਂ ਨੇ ਹਮਾਯੂੰ ਦੇ ਬਾਰੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਮਿਲਦੇ ਹਾਂ ਬਹੁਤ ਜਲਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਜਦ ਤੱਕ ਦੇ ਲਈ ਧੰਨਵਾਦ।